ਇਹਨੇ ਮੇਰੀ ਧੀ ਨੂੰ ਮਾਰੀਆਂ, ਅਰਕਾਂ ਦੀਆਂ ਕੂਨੀਆਂ ਸਿਰ ਵਿੱਚ ਮਾਰੀਆਂ, ਪਿੱਛੋਂ ਮੌਰਾਂ ਚਰਕਾਂ ਦੀਆਂ ਕੂਨੀਆਂ ਮਾਰੀਆਂ, ਮਾਸ ਫਾਟ ਗਿਆ। ਜੇ ਨਸ਼ੇ ਕਰਦਾ, ਨਸ਼ੇ ਦੇ ਕੈਪਸੂਲ ਵੀ ਖਾਂਦਾ, ਜੇ ਚਰਸ ਪੀਂਦਾ ਜੇ। दरवाजे कुंडी खोले, देखा आप उल्टियां कर रही थी खून की और जागो की तरह आ रही थी। ਤੇ ਉਹ ਆਂਦਾ ਸੀ ਪੁਲਿਸ ਵਾਲਾ ਆਂਦਾ ਸੀ ਕੋਈ ਬਾਤ नहीं कर जा तेरे नालों साथ करनी। अस्सलाम वालेकुम नाज़रीन, मैं हूं एडी मलक और मेरे साथ जो माँ जी देख रहे हैं और उनकी गोद में जो एक नन्ही मुन्नी गुड़िया देख रहे हैं, ये वो गुड़िया है जिसे पता नहीं कि उसकी माँ कहाँ है। उसकी माँ को इंतहाई बेदर्दी के साथ किसी और ने नहीं बल्कि उसके अपने ही बाप ने जहर देकर मार दिया। जो बेटी अपने माँ बाप के घर से डोली में बैठकर रुखसत हुई थी और उसका इतनी बेदर्दी के साथ कत्ल कर दिया गया उस घर से, जिस घर में बड़ी उनको उम्मीदें थी कि हमारी बेटी वहाँ जाकर बहुत खुश होगी। इनसे जानते हैं। माँ जी, हमें इंतहाई दुख है, आप रो रही हैं। यकीन करें कि जब किसी की बेटी के साथ ऐसे होता है तो ऐसे लगता है कि अपनी ही बेटी है। ऐसा क्या हुआ था कि आपकी बेटी को मार दिया? ਉਹਨੇ ਭਾਬੀ ਨਾਲ ਪਹਿਲੇ ਸ਼ਾਦੀ ਕੀਤੀ ਸੀ। जिससे आपने बेटी की शादी की थी? ਹਾਂਜੀ, ਮੇਰੇ ਜਵਾਈ ਨੇ ਪਹਿਲਾਂ ਆਪਣੀ ਭਾਬੀ ਨਾਲ ਸ਼ਾਦੀ ਕੀਤੀ ਸੀ। ਉਹ ਮੇਰੇ ਜਵਾਈ ਕੋਲ ਇੱਕ ਬੇਟੀ ਸੀ, ਉਹਦੇ ਵਿੱਚੋਂ ਉਹ ਬੇਟੀ ਦੀ ਜਾਨ ਹੀ ਨਹੀਂ ਸੀ ਛੱਡਦਾ ਤੇ ਉਹਦੀ ਵਜ੍ਹਾ ਤੋਂ ਲੜਾਈ ਨਹੀਂ ਸੀ ਮੁੱਕਦੀ। ਉਹਨੂੰ ਘਰ ਲੈ ਆਂਦਾ ਹੁੰਦਾ ਸੀ। ਹਾਂ, ਤੇ ਉਹਨੂੰ ਘਰ ਲੈ ਆਂਦਾ ਸੀ ਤੇ ਉਹਦੀ ਵਜ੍ਹਾ ਤੋਂ ਲੜਦੇ ਹੀ ਰਹਿੰਦੇ ਸਨ। क्यों घर क्यों लियांदा सी? ਉਹਨੇ ਤਲਾਕ ਵਿੱਚ ਬੇਦਖਲ ਵੀ ਲਿਖੀ ਸੀ। ਪਹਿਲੇ ਸਾਨੂੰ ਉਹਨੇ ਤਲਾਕ ਦੇ ਕਾਗਜ਼ ਵੀ ਵਿਖਾਏ। ਉਹਨੇ ਆਖਿਆ ਮੈਂ ਬੇਦਖਲ ਕਰ ਦਿੱਤੀ, ਮਾਮੂ ਮੈਨੂੰ ਰਿਸ਼ਤਾ ਦੇ ਦੇਵੋ, ਮਾਮੂ ਮੈਨੂੰ ਰਿਸ਼ਤਾ ਦੇ ਦੇਵੋ। ਤੇ ਮੇਰੇ ਬੰਦੇ ਨੇ ਆਖਿਆ ਅੱਛਾ ਮੈਨੂੰ ਤਲਾਕਨਾਮਾ ਲਿਆ ਤੇ ਵਿਖਾ। ਫਿਰ ਵੇਖਿਆ ਤੇ ਉਹਨੇ ਆਖਿਆ ਧੀ ਵੀ ਬੇਦਖਲ ਲਿਖੀ, ਪਿਛਲਾ ਰੌਲਾ ਕੋਈ ਨਹੀਂ। ਮੈਨੂੰ ਸਮਝਾਉਣ ਲੱਗਾ ਚੱਲ ਦੇ ਦੇਈਏ ਰਿਸ਼ਤਾ, ਧੱਕਾ ਖਾਂਦੇ ਫਿਰਦਾ ਮੇਰਾ ਭਣੇਵਾਂ। ਫਿਰ ਵੀ ਰਿਸ਼ਤਾ ਦੇ ਦਿੱਤਾ। 2 ਸਾਲ ਹੋ ਗਏ ਨੇ, ਮੇਰਾ ਬੰਦਾ ਫੌਤ ਹੋ ਗਿਆ। ਉੱਥੋਂ ਰੱਖ ਤੇ ਸਾਡੇ ਤੇ ਹੈਵੀ ਹੋ ਗਿਆ, ਜ਼ਿਆਦਾ ਹੀ ਹੈਵੀ ਹੋ ਗਿਆ। ਇਹਨੇ ਮੇਰੀ ਧੀ ਨੂੰ ਮਾਰੀਆਂ, ਅਰਕਾਂ ਦੀਆਂ ਕੂਨੀਆਂ ਸਿਰ ਵਿੱਚ ਮਾਰੀਆਂ, ਪਿੱਛੋਂ ਮੌਰਾਂ ਚਰਕਾਂ ਦੀਆਂ ਕੂਨੀਆਂ ਮਾਰੀਆਂ, ਮਾਸ ਫਾਟ ਗਿਆ। ਪੱਟੀਆਂ ਕਰਾਉਂਦੇ ਰਹੇ ਆ ਤੇ ਆ ਬੱਚੀ ਹੋਣ ਵਾਲੀ ਸੀ ਤੇ ਆਂਦਾ ਸੀ ਜਦੋਂ ਬੱਚੀ ਹੋ ਗਈ ਤੈਨੂੰ ਮੈਂ ਤਲਾਕ ਦੇ ਦੇਣੀ ਹੈ। ਇਹਨੇ ਪਹਿਲੋਂ ਇਹਦਾ ਸੋਚ ਸੀ ਕਤਲ ਕਰਨਾ ਚਾਹੁੰਦਾ ਸੀ ਮੇਰੀ ਬੱਚੀ ਨੂੰ। ਇਹਨੇ ਪਹਿਲੇ ਦਰਖਾਸਤ ਜਮ੍ਹਾਂ ਕਰਾਈ ਬੇਖੁਦਕੁਸ਼ੀ ਕਰ ਲੈ ਤੇ ਮੇਰੇ ਤੇ ਨਾ ਮਲਬਾ ਪਵੇ। दरखास्त देते हुए ਜਦੋਂ ਅਸੀਂ ਅੱਛਾ ਮਾਂ ਜੀ, ਮੈਨੂੰ ਤੁਸੀਂ ਇਹ ਦੱਸੋ ਕਿ ਜਿਹਦੇ ਨਾਲ ਤੁਸੀਂ ਸ਼ਾਦੀ ਕੀਤੀ, ਰਿਸ਼ਤਾ ਕੀਤਾ, ਤੁਹਾਡਾ ਉਹ ਆਪਣਾ ਰਿਸ਼ਤੇਦਾਰ ਹੀ ਸੀ, ਤੇ ਐ ਨਹੀਂ ਤੁਸੀਂ ਵੇਖਿਆ ਕਿ ਜਿਸ ਬੰਦੇ ਨੇ ਆਪਣੀ ਭਾਬੀ ਦੇ ਨਾਲ ਵਿਆਹ ਕੀਤਾ ਹੈ ਉਹਨੂੰ ਵੀ ਛੱਡ ਦਿੱਤਾ ਹੈ ਤੇ ਮੇਰੀ ਬੇਟੀ ਨੂੰ ਖੁਸ਼ ਰੱਖ ਪਾਏਗਾ? ਗੱਲ ਸੁਣੋ, ਇਹ ਸੋਚਿਆ ਸੀ ਨਾ ਜਿਹੜੀ ਇਹਦੀ ਮੇਰੇ ਜਵਾਈ ਦੀ ਅੰਮੀ ਸੀ ਨਾ, ਬਹੁਤ ਵਡੇਰੀ ਸੀ, ਰੋਂਦੀ ਸੀ ਆ ਤੇ ਭਰਾ ਅੱਗੇ ਹੱਥ ਜੋੜਦੀ ਸੀ। ਆਂਦੀ ਸੀ ਓਡੇ ਹੀ ਮੇਰੇ ਪੁੱਤਰ ਦੇ ਨਾ ਹੈਗੇ ਨੇ ਭਤੀਜੇ ਤੇ ਓਡਾ ਹੀ ਇਹ ਵੇ ਉਹ ਛਾਪਰ ਚੁੱਕ ਚੁੱਕ ਕੱਪੜਿਆਂ ਦੇ ਬਾਹਰ ਮਾਰਦੇ ਨੇ, ਤੁਹਾਡੀ ਮਿਹਰਬਾਨੀ ਮੇਰੀ ਮੰਨ ਲਵੋ। ਸਮਝੋ ਇੱਕ ਧੀ ਨਹੀਂ ਸੀ ਜੰਮੀ ਤੇ ਮੇਰੇ ਬੰਦੇ ਨੇ ਰਹਿਮ ਖਾ ਲਿਆ। ਉਹਨੇ ਕਿਹਾ ਚੱਲ ਕੋਈ ਗੱਲ ਨਹੀਂ ਦੇ ਦੇਣੇ। ਕੰਮ ਕੀ ਕਰਦਾ ਸੀ ਤੁਹਾਡਾ ਦਿਮਾਗ? ਹੋਟਲ ਕਿਸ ਚੀਜ਼ ਦਾ ਹੋਟਲ ਸੀ? ਸਾਲਨ ਰੋਟੀ ਦਾ, ਨਾਨ, ਤਨੂਰ। ਅੱਛਾ, ਤੇ ਕਿੰਨੇ ਬੱਚੇ ਹੈਗੇ ਨੇ ਤੁਹਾਡੀ ਬੇਟੀ ਦੇ? ਮੇਰੀ ਬੇਟੀ ਦਾ ਇੱਕ 10-11 ਸਾਲ ਦਾ ਬੱਚਾ ਹੈ, ਇੱਕ 6 ਸਾਲ ਦਾ ਹੈ ਤੇ ਆ 1 ਸਾਲ 1 ਮਹੀਨੇ ਦੀ ਆ ਬੱਚੀ ਹੈ। 3 ਬੱਚੇ ਨੇ। ਤੇ ਮਾਂ ਜੀ, ਜਦੋਂ ਤੁਹਾਡੀ ਬੇਟੀ ਤੁਹਾਡੇ ਘਰ ਆਂਦੀ ਸੀ ਤੁਹਾਨੂੰ ਦੱਸਦੀ ਨਹੀਂ ਸੀ ਕਿ ਮੈਨੂੰ ਮਾਰਦਾ ਹੈਗਾ ਜੇ? ਦੱਸਦੀ ਸੀ ਤੇ ਅਸੀਂ ਫਿਰ ਉਹਨੂੰ ਸਮਝੂ ਤੇ ਘੱਲ ਦਿੰਦੇ। ਜੇ ਨਸ਼ੇ ਕਰਦਾ, ਨਸ਼ੇ ਦੇ ਕੈਪਸੂਲ ਵੀ ਖਾਂਦਾ ਜੇ। ਮੈਨੂੰ ਇਹ ਪਹਿਲੇ ਜ਼ਿਹਨ 'ਚ ਨਹੀਂ ਰਹੀ। ਚਰਸ ਪੀਂਦਾ ਜੇ। ਮੇਰੀ ਧੀ ਨੇ ਉਦੋਂ ਇੰਨੀ ਆਖੀ ਆਪਣੇ ਅਕਲ ਦਾ ਇਲਾਜ ਕਰਾ, ਤੂੰ ਤਾਂ ਦਿਨ ਬ ਦਿਨ ਮੈਂਟਲ ਹੋਇਆ ਜਾਣਾ। ਉੱਥੋਂ ਐਸੀ ਲੜਾਈ ਉਹਨੇ ਕੀਤੀ, ਐਸੀ ਕੀਤੀ, ਖਰੇ ਕੀ ਉਹਦੇ ਨਾਲ ਕੀਤੇ। ਮੈਂ ਤਾਂ ਆ ਗਈ ਸਾਂ। ਤੇ ਮਾਂ ਜੀ, ਪਤਾ ਕਿਸ ਤਰ੍ਹਾਂ ਚੱਲਿਆ ਕਿ ਬੇਟੀ ਮਰ ਗਈ ਹੈ ਜਾਂ ਉਹਨੂੰ ਕਿਸੇ ਨੇ ਮਾਰ ਦਿੱਤਾ? ਉਹ ਦਰਵਾਜ਼ਾ ਖੜਕਾਉਂਦੀ ਸੀ ਤੇ ਮੇਰੇ ਪੁੱਤਰ ਦਾ ਪਕੌੜਿਆਂ ਵਾਲਾ ਦੁਕਾਨ ਹੈ ਬਾਹਰ, ਨਾਲ ਹੀ ਘਰ है। क्या भैया, आपको कैसे पता चला था कि आपकी बहन इस कंडीशन में है? दरवाज़ा खटकने की आवाज़ आई सर, मैंने देखा तो बाहर कोई नहीं था। मैं भाग के पास गया, दोबारा फिर खटका। मैंने जब देखा बाहर से कुंडी लग गई, अंदर से दरवाज़ा खड़का रहे हैं। कोई मसला बना तो इतनी ज़ोर से खड़का रहे हैं। दरवाजे की कुंडी खोले, देखा आप उल्टियाँ कर रही थी खून की और जागो की तरह आ रही थी। दरवाजा बाहर से लॉक था? बाहर से कुंडी लगी हुई थी, बाहर से कुंडी लगी हुई थी। मैंने कुंडी खोली, आप ही वैसे सहारा तो पहले दरवाजे का लेकर खड़ी थी, खटका रही थी। बाद में वो वैसे ही गिर पड़ी नीचे, वैसे ही गिर पड़ी। वो यही बस कह रही थी कि हाँ मैं तो कह नहीं सका, मैनू तलाक दवा दे, हुण मैं नहीं बचना, मैनू कुछ है दे गया जे, मैं मर जाना। मैं उवें भज्या, मैनू बुलाया, मैं कहा अम्मी यह गल ते एवें मार के कुछ है नूं सट गया ते पता नहीं की हो गया। वक्ती तौर तो पता ना लगा कि उल्टियां क्यों आ रही सी, कि कोई पिछों लक च या कोई सिर च शायद मार गया होवे, जिंदे करके कोई ज़्यादा मसला बन गया। तो अम्मी आके देखा तो अम्मी ने बीब नूं फोन किया कि बई आह गल क्यों इस तरह करके गया। कहंदा कोई गल ही नहीं अम्मी जी, कोई गल ही नहीं, असीं लड़े थोड़ा जिहा, कोई ऐसी गल नहीं, दस्तानिਆਂ ਦੀ ਗੱਲ ਸੀ ਇਹੀ। ਉਹਨੇ ਉੱਥੇ ਵੀ ਗਿਆ ਘਰ ਵੀ
ਤੇ ਅੰਮੀ ਨੇ ਕਿਹਾ ਇਹਨੂੰ ਹਸਪਤਾਲ ਲੈ ਕੇ ਚੱਲੀਏ ਜਲਦੀ ਆ, ਉਵੇਂ 5-7 ਮਿੰਟਾਂ 'ਚ ਘਰ ਆਇਆ ਵੀ ਲੈ ਕੇ ਤੇ ਹਸਪਤਾਲ ਗਏ ਚੱਲਣ ਨੇ। ਉੱਥੇ ਜਾ ਕੇ ਉਹਨਾਂ ਡ੍ਰਿਪਾਂ ਵਗੈਰਾ ਲਾਈਆਂ ਤੇ ਕੁੜੀ ਨੇ ਸਾਹ ਦੇ ਦਿੱਤੇ ਨੇ। ਉਸ ਤੋਂ ਬਾਅਦ 15 ਤੇ ਹੋ ਗਏ ਤਾਂ ਹਸਪੀਟਲ ਵਾਲੇ ਹਸਪੀਟਲ ਦੇ ਵਿੱਚ ਜਾ ਕੇ ਕੁਝ ਬੋਲੀ ਸੀ, ਕੋਈ ਬਿਆਨ ਦਿੱਤਾ ਸੀ? ਨਹੀਂ ਬੋਲਿਆ ਨਹੀਂ ਸੀ ਜਾ ਰਿਹਾ, ਕਿਉਂਕਿ ਇੱਥੇ ਹੀ ਉਹਨੇ ਸਿਰਫ ਇਹੀ ਅਲਫਾਜ਼ ਸਾਨੂੰ ਹੀ ਦਿੱਤੇ ਨੇ ਕਿ ਬਈ ਹਾਂ ਮੈਨੂੰ ਕੁਛ ਹੈ ਖਵਾ ਗਿਆ, ਜੇ ਮੈਂ ਮਰ ਜਾਣਾ ਮੈਂ ਨਹੀਂ ਬਚਣਾ, ਤੁਹਾਨੂੰ ਮੈਂ ਨਹੀਂ ਸਾ ਮੈਨੂੰ ਤਲਾਕ ਦਵਾ ਦਿਓ, ਮੈਂ ਨਹੀਂ ਜੇ ਬਚਣਾ ਹੈਗਾ। ਉਹ ਜਿਹੜਾ ਬਹਿਨੋਈ ਤੁਹਾਡਾ ਉਹ ਇਸ ਵਕਤ ਕਿੱਥੇ ਗਏ? ਉਹ ਇਸ ਟਾਈਮ ਕੋਲ ਲਾਪਾ ਥਾਣੇ ਦੇ ਵਿੱਚ ਕਾਸਮ ਸ਼ਾਹ ਦੀ ਕਸਟਡੀ ਦੇ ਵਿੱਚ। ਉਹਨੇ ਤਸਲੀਮ ਕੀਤਾ ਕਿ ਮੈਂ ਜ਼ਹਿਰ ਦਿੱਤਾ ਹੈ? ਉਹ ਨਹੀਂ ਕਰ ਰਿਹਾ, ਉਹ ਇਹ ਕਹਿ ਰਿਹਾ ਕਿ ਨਹੀਂ ਸਾਡੀ ਤੇ ਲੜਾਈ ਕੋਈ ਨਹੀਂ ਸੀ, ਮੈਂ ਤਾਂ ਕੁੰਡੀ ਲਾ ਕੇ ਬਾਹਰ ਚਲਾ ਗਿਆ। ਹਾਂ ਪੁਲਿਸ ਨੇ ਕੀ ਕਿਹਾ ਹੁਣ ਤੱਕ, ਕੀ ਤਫਤੀਸ਼ ਕੀਤੀ ਜੀ? ਉਹ ਕਹਿ ਰਹੇ ਨੇ ਕਿ ਮੈਡੀਕਲ ਰਿਪੋਰਟ ਆਂਦੀ ਹੈ ਤੇ ਫਿਰ ਉਸ ਤੋਂ ਅੱਗੇ ਕਾਰਵਾਈ ਕਰਾਂਗੇ। ਪੋਸਟਮਾਰਟਮ ਰਿਪੋਰਟ ਨਹੀਂ ਹਲੇ ਆਈ? ਨਹੀਂ ਹਲੇ ਤੱਕ ਨਹੀਂ ਪੋਸਟਮਾਰਟਮ ਰਿਪੋਰਟ ਨਹੀਂ ਆਈ, ਕਹਿੰਦੇ ਨੇ ਮੈਡੀਕਲ ਆ ਜਾਏਗੀ ਉਸ ਤੋਂ ਬਾਅਦ ਤੁਹਾਨੂੰ ਬੁਲਾ ਲਾਂਗੇ ਫੋਨ ਕਰਕੇ। ਤੇ ਹਲੇ ਤੱਕ ਸਾਨੂੰ ਕੋਈ ਕਿਸੇ ਕਾਲ ਨਹੀਂ ਕੀਤੀ, ਕੋਈ ਮੁੰਸ਼ੀ ਨੇ ਕੋਈ ਸਾਹਿਬ ਨੇ ਕਿਸੇ ਨੇ ਨਹੀਂ ਸਾਨੂੰ ਕੀਤੀ। ਉਹਦੇ ਤੇ ਸਖਤੀ ਕੋਈ ਨਹੀਂ ਹੈਗੀ, ਪੁਲਿਸ ਕੋਈ ਸਖਤੀ ਨਹੀਂ ਕਰਦੀ? ਕੋਈ ਸਖਤੀ ਨਹੀਂ ਉਹਦੇ ਤੇ। ਚਾਰ ਪਾਈ ਤੇ ਗੱਦਾ ਪਾਇਆ, ਉੱਤੇ ਬੈਠਾ ਹੈ, ਉੱਤੇ ਕੰਬਲ ਲਿਆ ਹੈ, ਬੈਠਾ ਸੀ। ਮੈਂ ਕਿ ਇੰਨਾ ਭੇਜਿਆ ਸੁਣਾ ਮੈਨੂੰ ਬੱਚੇ ਮਿਲਾ ਤੇ ਲਿਜਾ, ਮੈਂ ਬੱਚੇ ਲੈ ਤੇ ਗਈ ਚਲੀ ਆ, ਮੈਂ ਕਿਹਾ ਚੱਲ ਮਿਲ ਲਵੇ ਬਾਪ ਏ। ਤੇ ਮੈਂ ਬੱਚੇ ਲੈ ਤੇ ਗਈ, ਚਾਰ ਪਾਈ ਤੇ ਆਰਾਮ ਨਾਲ ਬੈਠਾ ਸੀ, ਹੱਥ ਕੜੀ ਲੱਗੀ ਸੀ। ਤੁਹਾਨੂੰ ਕੁਝ ਕਿਹਾ ਸੀ ਕਿੰਨਾ? ਉਹਨੇ, ਤੁਹਾਡੇ ਦਿਮਾਗ ਨੇ? ਨਹੀਂ ਮੇਰੇ ਨਾਲ ਕੋਈ ਮੈਂ ਗੱਲ ਹੀ ਨਹੀਂ, ਮੈਂ ਸਾਈਡ ਤੇ ਉੱਤੇ ਬਹਿ ਗਈ ਸਾਂ। ਰਾਤੀ ਮੇਰੇ ਦੋਤਰੇ ਗਏ ਨੇ, ਉਹਨਾਂ ਮੈਨੂੰ ਦੱਸਿਆ ਪਾਪਾ ਨੂੰ ਤਾਂ ਹੱਥ ਕੜੀ ਵੀ ਨਹੀਂ ਲੱਗੀ, ਪਾਪਾ ਤਾਂ ਬੈਠਾ ਚਾਰ ਪਾਈ ਤੇ ਆਰਾਮ ਨਾਲ। ਅੱਛਾ, ਪੁਲਿਸ ਨੇ ਮਹਿਮਾਨ ਬਣਾ ਕੇ ਰੱਖਿਆ? ਹਾਂਜੀ। ਤੇ ਰਾਤ ਨੂੰ ਮੇਰੇ ਦੋਤਰੇ ਨਿੱਕੇ ਨੇ ਦੱਸਿਆ, ਵੱਡੇ ਬਗੈਰਤ ਨੇ ਨਹੀਂ ਦੱਸਿਆ। ਤੇ ਉਹ ਆਂਦਾ ਸੀ ਪੁਲਿਸ ਵਾਲਾ ਆਂਦਾ ਸੀ ਕੋਈ ਬਾਤ ਨਹੀਂ ਕਰ ਜਾ ਤੇ ਨਾਨੋ ਸਾਥ ਕਰਨੀ। ਤੇ ਮੈਂ ਆਖਿਆ ਫੇਰ ਵੀ ਪਾਪਾ ਕੀ ਕਰਨ ਡਿਆ ਸੀ, ਕਿੱਥੇ ਸੀ, ਥੱਲੇ ਕਿ ਉੱਤੇ? ਤੇ ਆਂਦਾ ਉੱਤੇ ਬੈਠਾ ਸੀ ਉਤਲੇ ਪੋਛਣ ਤੇ। माँ जी, आपकी बेटी तो चला गई, वापस तो नहीं आना अभी। हाँ जी। अब आप क्या चाहती हैं, क्या होना चाहिए? ਮੈਂ ਇਹ ਚਾਹਨੀ ਆ ਵੀ ਇਹਨੂੰ ਸਜ਼ਾ ਹੋਣੀ ਚਾਹੀਦੀ ਹੈ। ਜਿਵੇਂ ਮੇਰੀ ਧੀ ਤੜਫ ਤੜਫ ਤੇ ਮੇਰੇ ਅੱਖਾਂ ਸਾਹਮਣੇ ਨਿਕਲੀ ਹੈ ਨਾ, ਇਹਨੂੰ ਮੈਂ ਇੰਝ ਹੀ ਸਾਰੀ ਜ਼ਿੰਦਗੀ ਕੋਠੀ ਲਵਾ ਛੱਡਾ, ਮੇਰਾ ਤਾਂ ਇਹ ਦਿਲ ਚਾਹੁੰਦਾ। ਮੈਂ ਬੱਚੇ ਤਾਂ ਪਾਲ ਲਾਂਦੀ, ਹੁਣ ਵੀ ਪਾਲਣ ਡਈ ਆ, ਫਿਰ ਵੀ ਪਾਲ ਲਾਂਦੀ। ਤੁਹਾਡੇ ਰਿਸ਼ਤੇਦਾਰ ਤੇ ਕਹਿੰਦੇ ਹੋਣੇ ਨਾ ਕਿ ਜੀ ਤੇਰੇ ਆਂਡਾ ਨੇ ਬਾਹਰ, ਕਹਿੰਦੇ ਨੇ? ਉਹ ਆਂਦੇ ਨੇ ਸੁਲਾ ਕਰੋ, ਮੈਂ ਹਾਲੇ ਮੈਂ ਸੁਲਾ ਨਹੀਂ ਕਰਨੀ। ਉਵੇਂ ਕਰ ਲੈਂਦੇ ਹਾਂ, ਸਾਨੂੰ ਕੋਈ ਰਾਏ ਨਹੀਂ, ਕੋਈ ਲਾਲਚ ਨਹੀਂ। ਸਾਡੀ ਭੈਣ ਗਈ ਹੈ, ਜੇ ਉਹ ਦੇ ਸਕਦੇ ਨੇ ਤੇ ਅਸੀਂ ਸੁਲਾਹ ਕਰ ਲੈਂਦੇ ਹਾਂ, ਜੇ ਅਗਰ ਨਹੀਂ ਤਾਂ ਫਿਰ ਅਸੀਂ ਸੁਲਾਹ ਨਹੀਂ ਕਰ ਸਕਦੇ, ਕਿਉਂਕਿ ਸਾਨੂੰ ਪਤਾ ਕਿ ਜਿਹੜੀ ਸਾਨੂੰ ਸੱਟ ਵੱਜੀ ਹੈ ਅਗਰ ਕਿਸੇ ਦੇ ਨਾਲ ਹੋਵੇ ਤਾਂ ਕੋਈ ਉਹਨਾਂ ਦੇ ਅੰਦਰ ਵੜ ਕੇ ਨਹੀਂ ਵੇਖ ਸਕਦੇ ਕੀ ਉਹਨਾਂ ਬੇਤੀ, ਕਿ ਉਹ ਰਾਤ ਅਸੀਂ ਕਿਵੇਂ ਗੁਜ਼ਾਰਾ ਕੀਤਾ। ਰਾਤ ਤੇ ਉਹ ਆਪਣੇ ਜੀਆਂ 'ਚ ਰਿਹਾ। ਅਗਲੇ ਦਿਨ ਸਵੇਰੇ ਅਸੀਂ ਕਾਰਵਾਈ ਕੀਤੀ, 15 ਤੇ ਕਾਲ ਕਰਕੇ ਥਾਣੇ ਬੁਲਾ ਕੇ ਉਹਨੂੰ ਅਰੈਸਟ ਕਰਵਾਇਆ ਵੇ। ਮੇਰਾ ਇੰਨਾ ਜ਼ਮੀਰ ਗਵਾਰਾ ਨਹੀਂ ਕਰਦਾ ਮੈਂ ਦੇਖਾਂ, ਬਾਕੀ ਗਲਤ ਕਦਮ ਉਠਾਉਣ ਦਿਲ ਕਰਦਾ ਜੀ, ਮਗਰ ਫਿਰ ਵੀ ਨਹੀਂ ਉਠਾਇਆ, ਕਿਉਂਕਿ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਰਨਾ ਜੋ ਵੀ ਕਰਨਾ, ਕਾਨੂੰਨ ਇਨਸਾਫ ਸਾਨੂੰ ਦਿਲਾਏਗਾ। ਸਾਨੂੰ ਕਾਨੂੰਨ ਤੇ ਯਕੀਨ ਹੈ। ਬਾਕੀ ਹੁਣ ਸਾਡਾ ਉੱਥੋਂ ਵੀ ਯਕੀਨ ਉੱਠ ਰਿਹਾ ਕਿ ਜਿਵੇਂ ਉਹ ਦੇਖ ਰਹੇ ਆ ਨਾ, ਕਰ ਰਹੇ ਨੇ ਕਿ ਬੈਠਾ ਖਲੋਤਾ ਜਾਂ ਵਲਾ 'ਚ ਨਹੀਂ ਬੰਦ ਹੈਗਾ। 302 ਦਾ ਕੇਸ ਉਸ ਇਨਸਾਨ ਤੇ ਮੁਜਰਮ ਨੂੰ ਉੱਪਰ ਮੰਜੀ ਢਾਹ ਕੇ ਬਿਸਤਰਾ ਦਿੱਤਾ ਹੋਇਆ, ਤੇ ਇੱਥੇ ਸਾਨੂੰ ਲੱਗ ਰਿਹਾ ਕਿ ਸਾਨੂੰ ਇੱਥੋਂ ਵੀ ਇਨਸਾਫ ਨਹੀਂ ਮਿਲਣਾ। ਤੇ ਲਿਹਾਜ਼ਾ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਕਿ ਸਾਨੂੰ ਇਨਸਾਫ ਦਿਲਾਓ, ਅਸੀਂ ਬਹੁਤ ਗਰੀਬ ਹਾਂ। ਬਾਕੀ ਇਹੋ ਜਿਹੇ ਦਰਿੰਦੇ ਨੂੰ ਬਾਹਰ ਫਿਰਨ ਦਾ ਕੋਈ ਹੱਕ ਨਹੀਂ, ਇਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ, ਮਿਹਰਬਾਨੀ। ਮਾਂ ਜੀ, ਆਖਰੀ ਮੁਲਾਕਾਤ ਬੇਟੀ ਦੇ ਨਾਲ ਹੋਈ ਸੀ ਜਾਂ ਕੀ ਗੱਲਬਾਤ ਹੋਈ ਸੀ? ਬਸ ਉਸ ਲਈ ਜਿਸਲੇ ਉਹਨੇ ਦਰਵਾਜ਼ਾ ਖੜਕਾਇਆ ਤੇ ਗਿਆ ਫਟਾਫਟ, ਤੇ ਇਹੋ ਹੀ ਉਹਨੇ ਕਿਹਾ, ਅੰਮੀ ਮੈਨੂੰ ਤੁਹਾਨੂੰ ਮੈਂ ਕਹਿੰਦੀ ਸੀ ਮੇਰੀ ਜਾਨ ਛਡਾ ਲਓ ਇਹਦੇ ਤੋਂ। ਅੰਮੀ ਤੂੰ ਹੱਟ ਹੱਟ ਤੇ ਤਰਲੇ ਲੈਂਦੀ ਸੀ, ਪੁੱਤਰ ਬੱਚਿਆਂ ਦੇ ਮੂੰਹ ਨੂੰ ਘਰ ਵਸਾ ਲੈ, ਕੋਈ ਗੱਲ ਨਹੀਂ, ਸਭ ਕੁਝ ਹੁੰਦਾ ਰਹਿੰਦਾ। ਲੈ ਅੱਜ ਮੇਰਾ ਵੀ ਅੱਜ ਮੇਰਾ ਸਿਰ ਲੈ ਲਿਆ ਸੀ, ਕੋਈ ਸ਼ੈ ਮੈਨੂੰ ਪਿਆ ਗਿਆ ਹੈ, ਇਹੋ ਹੀ ਕਿਹਾ ਸੋ ਬਸ, ਮੈਨੂੰ ਕੋਈ ਸ਼ੈ ਪਿਆ ਗਿਆ, ਬਸ ਇੰਨੀ ਕਹੀ ਸੋ। जी बिल्कुल नाज़रीन, आपने सारी कहानी सुनी कि माँ बाप कोई भी नहीं होता कि जो अपनी बेटी को या उसके घर को उजाड़ना चाहे। उनकी कोशिश होती है कि आखिरी दम तक हमारी बेटी का घर आबाद रहे। इन्होंने भी बड़ी कोशिशें की कि किसी तरीके से ये समझाने की भी और रिश्तेदारों को भी इकट्ठा करके उसको, बहुत कुछ ऐसी चीज़ें होती हैं जो कि बहुत लंबी कहानी हो जाएगी, लेकिन उसके बावजूद भी वो लड़की, वो बहन, वो बेटी इनको अल्लाह के वास्ते देती रही कि मेरी इस शख्स से जान छड़वा दे। लेकिन उसकी लिखी इस तरह थी। जो लोग देख रहे हैं इस वीडियो को, इस माँ की बातें सुन रहे हैं, भाई की बातें सुन रहे हैं, उन सब से गुजारिश है कि बहन बेटी का रिश्ता करने से पहले बहुत सारी ऐसी चीज़ें देख लिया करें, ताकि ऐसा ना हो कि किसी और बहन बेटी के साथ इस तरह का जुल्म हो और फिर आप अपने दुख की कहानी लोगों को बताते फिरें। अजी, जो पुलिस एहलकारान हैं, जो अफसरान हैं, जो जिनकी पास इनके केस की तफ्तीश है, उनसे गुजारिश है कि आपने भी आखिरकार, आपकी भी बहनें बेटियाँ होंगी, आप भी हक सच का फ़ैसला कीजिएगा और कोशिश कीजिएगा कि आप अगर इनको इंसाफ देंगे तो इंसाफ देने से इनकी बेटी वापस तो नहीं आ जानी, लेकिन इनके दिल को तसल्ली हो जाएगी कि हमारी बेटी को इंसाफ मिल गया है। इसी के साथ इजाज़त चाहूँगा। अल्लाह ने